2022 ਦੀਆਂ ਚੋਣਾਂ ਤੱਕ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮਿਲਿਆ ਹਾਈ ਕੋਰਟ ਦਾ ਸੁਰੱਖਿਆ ਕਵਚ। ਅਦਾਲਤ ਨੇ ਗ੍ਰਿਫਤਾਰੀ ਤੋਂ ਲੈ ਕੇ ਜਾਂਚ ਤੱਕ ਸਭ ਤੇ ਲਗਾਈ ਰੋਕ। ਕਿਹਾ ਇੱਕ ਤੋਂ ਬਾਅਦ ਇੱਕ ਮੁਕੱਦਮੇ ਦੇ ਪਿੱਛੇ ਹੋ ਸਕਦੀ ਹੈ ਸਿਆਸੀ ਚਾਲ। 5 ਘੰਟਿਆਂ ਦੀ ਕਚਹਿਰੀ ਤੋਂ ਬਾਅਦ ਕਿਸਾਨਾਂ ਨੇ ਸਿਆਸਤਦਾਨਾਂ ਨੂੰ ਦਿੱਤੇ ਹੁਕਮ। ਪੰਜਾਬ ਦੀ ਸ਼ਾਂਤੀ ਲਈ ਰਸਮੀ ਐਲਾਨ ਤੋਂ ਪਹਿਲਾਂ ਨਾ ਕੀਤਾ ਜਾਵੇ ਚੋਣ ਪ੍ਰਚਾਰ। ਸਰਕਾਰੀ ਸਮਾਗਮਾਂ ਦੇ ਵਿੱਚ ਵੀ ਭੀੜ ਨਾ ਜੁਟਾਉਣ ਦੀ ਅਪੀਲ। ਕਚਹਿਰੀ ਤੋਂ ਦੂਰ ਰੱਖੀ ਗਈ ਭਾਜਪਾ ਨੇ ਅੰਦੋਲਨ ਨੂੰ ਮੁੜ ਦੱਸਿਆ ਕਾਂਗਰਸ ਤੇ ਵਿਰੋਧੀਆਂ ਦੀ ਸਾਜ਼ਿਸ਼। ਨਾਲ ਹੀ ਕਿਸਾਨਾਂ ਨੂੰ ਦਿੱਤਾ 5 ਮੈਂਬਰੀ ਕਮੇਟੀ ਬਣਾ ਕੇ ਕੇਂਦਰ ਦੇ ਨਾਲ ਗੱਲਬਾਤ ਕਰਨ ਦਾ ਸੱਦਾ। ਕਰਨਾਲ ਦੇ ਵਿੱਚ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਮੀਟਿੰਗ ਜਾਰੀ। ਐਸਡੀਐਮ ਤੇ ਕਾਰਵਾਈ ਦੇ ਲਈ ਅੜੇ ਹੋਏ ਨੇ ਕਿਸਾਨ। 4 ਦਿਨਾਂ ਤੋਂ ਮਿੰਨੀ ਸਕੱਤਰੇਤ ਦੇ ਬਾਹਰ ਲੱਗਿਆ ਪੱਕਾ ਮੋਰਚਾ। ਫਰਜ਼ੀ ਸਰਟੀਫਿਕੇਟ ਦੇ ਸਹਾਰੇ ਨੌਕਰੀ ਲੈਣ ਵਾਲੇ ਖਿਡਾਰੀ ਹੋਣਗੇ ਟਰਮੀਨੇਟ। ਹਰਿਆਣਾ ਸਰਕਾਰ ਦਾ ਵੱਡਾ ਫੈਸਲਾ। ਗਰੁੱਪ ਡੀ ਦੇ ਵਿੱਚ ਖੇਡ ਕੋਟੇ ਦੇ ਲਈ ਕਈ ਖਿਡਾਰੀਆਂ ਨੂੰ ਮਿਲੀਆਂ ਹੋਈਆਂ ਨੇ ਨੌਕਰੀਆਂ। ਵੈਕਸੀਨ ਤੋਂ ਨਾ ਨੁੱਕਰ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਸੀਐਮ ਕੈਪਟਨ ਦੀ ਸਖਤੀ। ਛੁੱਟੀ ਤੇ ਭੇਜੇ ਜਾਣਗੇ ਇੱਕ ਵੀ ਡੋਜ਼ ਨਾ ਲਗਵਾਉਣ ਵਾਲੇ ਮੁਲਾਜ਼ਮ। ਕੋਵਿਡ ਰਿਵਿਊ ਮੀਟਿੰਗ ਦੇ ਵਿੱਚ ਫੈਸਲਾ। ਅੰਮ੍ਰਿਤਸਰ ਦੇ ਵਿੱਚ ਮੀਂਹ ਦੇ ਨਾਲ ਸ਼ਹਿਰ ਹੋਇਆ ਜਲਥਲ। ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਵੀ ਭਰਿਆ ਪਾਣੀ। ਮੀਂਹ ਅੱਗੇ ਬੇਵਸ ਨਜ਼ਰ ਆਇਆ ਪ੍ਰਸ਼ਾਸਨ। ਮਜੀਠਾ ਦੇ ਪਿੰਡ ਅਟਵਾਲ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਲੱਗੀ ਅੱਗ। ਖੇਤ ਵਿੱਚ ਮੋਟਰ ਵਾਲੇ ਕਮਰੇ 'ਚ ਨਿਕਲੇ ਅੱਗ ਦੇ ਭਾਂਬੜ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਦਿਨ ਦੀ ਸਭ ਤੋਂ ਵੱਡੀ ਖਬਰ। ਜੀ ਹਾਂ, ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਕਚਹਿਰੀ ਦੇ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲੀਡਰ ਪੇਸ਼ ਹੋਏ। 5 ਘੰਟੇ ਤੱਕ ਸੁਣਵਾਈ ਹੁੰਦੀ ਰਹੀ। ਕਿਸਾਨ ਸਵਾਲ ਕਰਦੇ ਰਹੇ ਤੇ ਜਵਾਬ ਸਿਆਸੀ ਪਾਰਟੀਆਂ ਤੋਂ ਲੈਂਦੇ ਰਹੇ। 5 ਘੰਟੇ ਤੱਕ ਸੁਣਵਾਈ ਤੇ ਫੈਸਲਾ ਵੀ ਕਿਸਾਨਾਂ ਨੇ ਫਿਰ ਫੌਰਨ ਹੀ ਸੁਣਾ ਦਿੱਤਾ। ਕਿਸਾਨਾਂ ਨੇ ਰਸਮੀ ਐਲਾਨ ਤੋਂ ਪਹਿਲਾਂ ਯਾਨੀ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਨਾ ਕਰਨ ਦਾ ਹੁਕਮ ਸੁਣਾਇਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚੰਡੀਗੜ੍ਹ 'ਚ ਕਚਹਿਰੀ ਲਗਾਈ। ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ-ਇੱਕ ਕਰਕੇ ਮੀਟਿੰਗ ਕੀਤੀ ਤੇ ਮੀਟਿੰਗ ਤੋਂ ਬਾਅਦ ਕਿਸਾਨ ਆਪਣੇ ਪੁਰਾਣੇ ਰੁਖ ਤੇ ਹੀ ਕਾਇਮ ਰਹੇ। ਸਿਆਸੀ ਪਾਰਟੀਆਂ ਨੂੰ ਅਜੇ ਚੋਣ ਪ੍ਰਚਾਰ ਨਾ ਕਰਨ ਦੀ ਤਾਕੀਦ ਕੀਤੀ ਗਈ। ਸਿਰਫ ਚੋਣਾਂ ਦੀ ਤਰੀਕ ਦਾ ਐਲਾਨ ਤੋਂ ਬਾਅਦ ਹੀ ਸਰਗਰਮ ਹੋਣ ਦੇ ਲਈ ਕਿਹਾ ਗਿਆ। ਇਸ ਤੋਂ ਇਲਾਵਾ ਵੀ ਕਈ ਹੋਰ ਫੈਸਲੇ ਕਿਸਾਨਾਂ ਦੀ ਕਚਹਿਰੀ ਨੇ ਸੁਣਾਏ ਨੇ, ਜਿਨ੍ਹਾਂ ਨੂੰ ਸਿਲਸਿਲੇਵਾਰ ਤੁਹਾਨੂੰ ਦੱਸਦੇ ਹਾਂ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਰਸਮੀ ਐਲਾਨ ਤੋਂ ਪਹਿਲਾਂ ਚੋਣ ਪ੍ਰਚਾਰ ਨਾ ਕੀਤਾ ਜਾਵੇ। ਚੋਣ ਪ੍ਰਚਾਰ ਕਰਨ ਵਾਲੀ ਪਾਰਟੀ ਨੂੰ ਕਿਸਾਨ ਵਿਰੋਧੀ ਮੰਨਿਆ ਜਾਵੇਗਾ। ਸਮਾਜਿਕ ਸਮਾਗਮਾਂ ਦੇ ਵਿੱਚ ਸਿਆਸੀ ਆਗੂਆਂ ਦਾ ਘਿਰਾਓ ਨਾ ਕਰਨ ਦਾ ਵੀ ਐਲਾਨ ਕੀਤਾ ਗਿਆ। ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਕੀਤੀ ਗਈ। ਸਰਕਾਰ ਤੋਂ ਕਿਸਾਨਾਂ ਤੇ ਦਰਜ ਮਾਮਲੇ ਵਾਪਸ ਲੈਣ ਦੀ ਮੰਗ ਕੀਤੀ ਗਈ। ਸਰਕਾਰੀ ਸਮਾਗਮਾਂ ਦੇ ਵਿੱਚ ਜ਼ਿਆਦਾ ਭੀੜ ਨਾ ਜਟਾਏ ਜਾਣ ਦੀ ਵੀ ਗੱਲ ਕਹੀ ਗਈ। ਅਸੀਂ ਫੈਸਲਾ ਕੀਤਾ ਔਰ ਸਾਰੇ ਆਪਣੇ ਕੇਡਰ ਨੂੰ, ਵਰਕਰਾਂ ਨੂੰ ਬੇਨਤੀ ਕਰਦੇ ਹਾਂ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਪੋਲੀਟੀਕਲ ਲੀਡਰ ਨੂੰ ਜੇ ਕਿਸੇ ਸਮਾਜਿਕ ਫੰਕਸ਼ਨ 'ਚ ਜਾਂਦਾ ਉਹਨੂੰ ਬਿਲਕੁਲ ਨਾ ਘੇਰਿਆ ਜਾਏ, ਉਹਨੂੰ ਕੋਈ ਹਰਾਸ ਨਾ ਕੀਤਾ ਜਾਏ ਔਰ ਸਾਰੇ ਸ਼ਾਂਤੀ ਬਣਾਉਣ ਵਿੱਚ ਸਹਿਯੋਗ ਦੇਣ। ਔਰ ਨਾਲ ਹੀ ਇਹ ਵੀ ਸਾਰੀਆਂ ਪਾਰਟੀਆਂ ਨੂੰ ਅਸੀਂ ਚਾਹੁੰਦੇ ਹਾਂ ਜਿਹੜੀ ਪਾਰਟੀ ਇਸ ਵੇਲੇ ਜਿੱਦ ਕਰਕੇ ਇਹ ਮੁਹਿੰਮ ਨੂੰ ਚਲਾਊਗੀ ਚੋਣਾਂ ਦੀ ਨੂੰ ਅਸੀਂ ਸਮਝਾਂਗੇ ਵੀ ਉਸ ਅੰਦੋਲਨ ਦੀ ਵਿਰੋਧੀ ਪਾਰਟੀ ਹੈ। ਇਸ ਕਰਕੇ ਅਪੀਲ ਕਰਾਂਗੇ ਵੀ ਹਾਲੇ ਇਹ ਜਿਹੜੀ ਚੋਣ ਮੁਹਿੰਮ ਹੈ ਇਹਨੂੰ ਠੱਲ ਪਾਈ ਜੇ, ਰੋਕਿਆ ਜਾਏ। ਦਰਅਸਲ ਅਕਾਲੀ ਦਲ ਵੱਲੋਂ ਕਿਸਾਨਾਂ ਨੂੰ ਰੈਲੀਆਂ ਦਾ ਵਿਰੋਧ ਕਰਨ ਦੀ ਥਾਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤੇ ਕਿਸਾਨਾਂ ਨੇ ਫੈਸਲਾ ਲਿਆ ਕਿ ਉਹ ਪਾਰਟੀ ਵਿਸ਼ੇਸ਼ ਦੀ ਥਾਂ ਪੰਜਾਬ ਦੀਆਂ ਸਾਰੀਆਂ ਮੁੱਖ ਸਿਆਸੀ ਧਿਰਾਂ ਨਾਲ ਗੱਲਬਾਤ ਕਰਨਗੇ। ਹਾਲਾਂਕਿ ਬੀਜੇਪੀ ਨੂੰ ਗੱਲਬਾਤ ਦਾ ਸੱਦਾ ਨਹੀਂ ਦਿੱਤਾ ਗਿਆ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਤੇ ਪੰਕਜ ਕਪਾਹੀ ਨਾਲ ਰੋਹਿਤ ਬੰਸਲ, ਨਿਊਜ਼ 18 ਪੰਜਾਬ। ਤਾਂ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਚੋਣ ਪ੍ਰਚਾਰ ਨਾ ਕੀਤਾ ਜਾਵੇ। ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਤਰੀਕੇ ਨਾਲ ਹੁਕਮ ਦਿੱਤਾ ਗਿਆ ਹੈ।
ਉਧਰ ਕਿਸਾਨਾਂ ਨੇ ਰਸਮੀ ਐਲਾਨ ਤੋਂ ਪਹਿਲਾਂ ਚੋਣ ਪ੍ਰਚਾਰ ਬੰਦ ਰੱਖਣ ਦੀ ਅਪੀਲ ਕੀਤੀ ਤਾਂ ਉਧਰ ਕਾਂਗਰਸ ਨੇ ਵੀ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਹੈ। ਸਿਆਸੀ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਜਦ ਤੱਕ ਕਿਸਾਨਾਂ ਦੀ ਲੜਾਈ ਹੈ, ਕਿਸਾਨਾਂ ਨੂੰ ਕਸ਼ਟ ਹੈ ਔਰ ਇਹ ਪੰਜਾਬ ਦੇ ਵਾਸਤੇ ਤੇ ਲੜਾਈ ਲੜ ਰਹੇ ਹੈ, ਸਾਡੀਆਂ ਨਸਲਾਂ ਵਾਸਤੇ ਕਿਸਾਨ ਲੜਾਈ ਲੜ ਰਿਹਾ ਹੈ, ਤੇ ਯਾਰ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਸਿਆਸੀ ਰੋਟੀਆਂ ਨਾ ਸੇਕੀਏ। 4 ਦਿਨ ਬਾਅਦ ਰੈਲੀਆਂ ਕਰ ਲਓ, ਕੀ ਫਰਕ ਪੈਂਦਾ ਹੈ। ਔਰ ਅਸੀਂ ਆਪਣੇ ਕਿਸਾਨਾਂ ਦੇ ਨਾਲ ਹੈ। ਕਾਂਗਰਸ ਪਾਰਟੀ ਦਾ ਬੜਾ ਸਿੱਧਾ ਸਟੈਂਡ ਹੈ ਕਿ ਜਦੋਂ ਕਿਸਾਨ ਕਸ਼ਟ ਦੇ ਵਿੱਚ ਹੈ ਅਸੀਂ ਕਿਸਾਨ ਨਾਲ ਖੜੇ ਨਜ਼ਰ ਆਵਾਂਗੇ, ਅਸੀਂ ਰਾਜਨੀਤਿਕ ਰੋਟੀਆਂ ਨਹੀਂ ਸੇਕਾਂਗੇ। मैं संयुक्त मोर्चा के सारे लीडर साहबानों ਨੂੰ ਬੇਨਤੀ ਕਰਨੀ ਚਾਹੁੰਦਾ। मैं कल भी ये गल टैलीविजन ਤੇ ਕਹੀ ਸੀ ਕਿ ਅਸੀਂ ਸਾਰੇ ਹੀ ਕਿਸਾਨ ਆ। ਜਿਵੇਂ ਵੀ ਸਾਡੀ ਕਿਸਾਨੀ ਬਚਦੀ ਹੈ, ਸਾਡੇ ਪੰਜਾਬ ਦਾ ਯੂਥ ਵਰਸਦਾ, ਸਾਡੇ ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ ਬਚਦੀ ਹੈ, ਅਸੀਂ ਤੁਹਾਡੇ ਸਾਰਿਆਂ ਦੇ ਨਾਲ ਆ। ਤੁਹਾਡੇ ਹਰ ਹੁਕਮ ਦੇ ਉੱਤੇ ਫੁੱਲ ਚੜਾਵਾਂਗੇ। ਉਧਰ ਕਿਸਾਨਾਂ ਦੀ ਕਚਹਿਰੀ ਦੇ ਵਿੱਚ ਪੇਸ਼ ਤਕਰੀਬਨ ਸਾਰੀਆਂ ਪੰਜਾਬ ਦੀਆਂ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਪੇਸ਼ ਹੋਈਆਂ। ਜਿਹੜੀਆਂ ਚੋਣ ਲੜਨ ਜਾ ਰਹੀਆਂ ਨੇ, ਜਿਹੜੀਆਂ ਨਵੀਆਂ ਪਾਰਟੀਆਂ ਬਣੀਆਂ ਨੇ ਉਹ ਵੀ। ਤਾਂ ਕਿਸਾਨਾਂ ਦੀ ਕਚਹਿਰੀ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਸਿਆਸੀ ਲੀਡਰ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਇਹ ਵੀ ਆਫਰ ਦਿੱਤੀ ਹੈ ਕਿ ਪੰਜਾਬ ਦੇ ਸਾਰੇ ਹੀ ਪੋਲੀਟੀਕਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਤੇ ਐਮਐਲਏ ਸਾਹਿਬਾਨ ਨੂੰ ਸੰਯੁਕਤ ਮੋਰਚਾ ਇਹ ਕਹੇ ਕਿ ਮੋਦੀ ਦੇ ਕੋਠੀ ਦੇ ਬਾਹਰ ਜਾ ਕੇ ਅਸੀਂ ਸਾਰੇ ਇਸ ਅੰਦੋਲਨ ਦੀ ਕਾਮਯਾਬੀ ਦੇ ਲਈ ਆਪਣਾ ਯੋਗਦਾਨ ਪਾਈਏ। ਅਸੀਂ ਉਹਦੇ ਵਾਸਤੇ ਵੀ ਸਭ ਤੋਂ ਪਹਿਲਾਂ ਕਿਹਾ ਆ ਕਿ ਉੱਥੇ ਜਾਇਆ ਜਾਵੇ। ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲੱਗੇ ਪੱਕਾ ਕਿਉਂ ਲੱਗੇਗਾ? ਕਿਉਂ ਲੱਗਣਾ? ਬੀਜੇਪੀ ਨੇ 76 ਨਾਲ ਵੋਟਾਂ ਲੈਣੀਆਂ ਜਿਵੇਂ 92 ਚ ਕਾਂਗਰਸ ਨੇ ਲਈਆਂ ਸੀ, ਜਿਹੜੀ ਜਿਨ੍ਹਾਂ ਨਾਲ ਇਹ ਹੁਣ ਕਹਿੰਦੇ ਆ ਨਾ ਡਰਦੇ ਆ। ਜੇ ਆਹੀ ਮਾਹੌਲ ਪੰਜਾਬ 'ਚ ਰਿਹਾ, ਸੈਂਟਰ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਲਾ ਕੇ ਨਾਲੇ ਕੁੱਟੂ ਅਕਾਲੀਆਂ ਨੂੰ, ਨਾਲੇ ਕੁੱਟੂ ਸਿੱਖਾਂ ਨੂੰ, ਨਾਲੇ ਕੁੱਟੂ ਜੱਟਾਂ ਨੂੰ। ਤੁਸੀਂ ਕਿਹਾ ਕਿਸਾਨਾਂ ਨੂੰ ਇਹ ਗੱਲ ਕਹੀ ਆ ਤੇ 92 ਵਾਂਗੂ ਜਿਵੇਂ 800 ਵੋਟ ਦੇ ਐਮਐਲਏ ਬਣ ਕੇ 5 ਸਾਲ ਕਾਂਗਰਸ ਨੇ ਰਾਜ ਕੀਤਾ, 82 ਨੇ ਮੁੰਡੇ ਮਾਰੇ, ਇਹੀ ਬੀਜੇਪੀ ਕਰੂ। ਸੋ ਅਸੀਂ ਆਪਦੀ ਇਹ ਗੱਲ ਕਹੇ ਵੀ ਜੋ ਹੁਕਮ ਸਾਡੇ ਕਿਸਾਨ ਸਾਨੂੰ ਕਰਨਗੇ, ਜਿਹਦੇ ਨਾਲ ਸਾਡਾ ਅੰਦੋਲਨ ਤਕੜਾ ਹੁੰਦਾ, ਅਸੀਂ ਉਹਨੂੰ ਮੰਨਾਂਗੇ। ਇਹ ਕਹਿਣਗੇ ਧੁੱਪੇ ਖੜ ਜਾਓ, ਧੁੱਪੇ ਖੜਾਂਗੇ। ਜੇ ਕਹਿਣਗੇ ਬਹਿ ਜਾਓ, ਬਹਿ ਜਾਾਂਗੇ। ਔਰ ਸ਼ੁਰੂ ਤੋਂ ਇਹੀ ਕੰਮ ਹੁੰਦਾ ਰਿਹਾ। ਔਰ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ, ਅਸੀਂ ਕੁਝ ਆਪਦੇ ਤੌਖਲੇ ਵੀ ਸੀ ਉਹ ਵੀ ਪ੍ਰਗਟ ਕੀਤੇ ਆ। ਤਾਂ ਇਹ ਉਹ ਪਾਰਟੀਆਂ ਦਾ ਅਸੀਂ ਜ਼ਿਕਰ ਕੀਤਾ ਜਿਹੜੀਆਂ ਜਾ ਕੇ ਕਿਸਾਨਾਂ ਦੀ ਕਚਹਿਰੀ ਦੇ ਵਿੱਚ ਪੇਸ਼ ਹੋਈਆਂ ਨੇ। ਹੁਣ ਗੱਲ ਬੀਜੇਪੀ ਦੀ। ਬੀਜੇਪੀ ਨੂੰ ਨਾ ਸੱਦਾ ਗਿਆ, ਨਾ ਬੀਜੇਪੀ ਦੇ ਆਗੂ ਗਏ, ਯਾਨੀ ਕਿਸਾਨਾਂ ਨਾਲ ਕੋਈ ਗੱਲਬਾਤ ਚੰਡੀਗੜ੍ਹ ਦੇ ਵਿੱਚ ਵੀ ਨਹੀਂ ਹੋਈ। ਪਰ ਇਸ ਸਭ ਦੇ ਵਿਚਾਲੇ ਬੀਜੇਪੀ ਦੇ ਆਗੂ ਹਮਲਾਵਰ ਨੇ। ਪੰਜਾਬ ਬੀਜੇਪੀ ਨੇ ਕਿਸਾਨ ਅੰਦੋਲਨ ਨੂੰ ਮੁੜ ਤੋਂ ਸਾਜ਼ਿਸ਼ ਕਰਾਰ ਦਿੱਤਾ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਕ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਅੰਦੋਲਨ ਦੇ ਪਿੱਛੇ ਕਾਂਗਰਸ ਅਤੇ ਵਿਰੋਧੀ ਧਿਰਾਂ ਜਿਹੜੀਆਂ ਹੋਰ ਪਾਰਟੀਆਂ ਨੇ ਉਹਨਾਂ ਦੀ ਸਾਜ਼ਿਸ਼ ਹੈ। ਤੇ ਇਹ ਵੀ ਸਵਾਲ ਚੁੱਕਿਆ ਗਿਆ ਕਿ ਮੋਗਾ ਲਾਠੀ ਚਾਰਜ ਦਾ ਮੁੱਦਾ ਕਿਉਂ ਨਹੀਂ ਚੁੱਕਿਆ ਜਾ ਰਿਹਾ। ਜਿਨ੍ਹਾਂ ਮੁੱਦਿਆਂ ਉੱਤੇ ਅੰਦੋਲਨ ਹੋ ਰਿਹਾ ਹੈ ਉਹ ਹੁਣ ਖਤਮ ਹੋ ਚੁੱਕੇ ਨੇ। ਅਸ਼ਵਨੀ ਸ਼ਰਮਾ ਆਪਣੇ ਬਿਆਨ 'ਚ ਵੀ ਦਾਅਵਾ ਕਰ ਰਹੇ ਨੇ। ਨਾਲ ਹੀ ਉਹਨਾਂ ਨੇ ਅਪੀਲ ਵੀ ਕੀਤੀ ਕਿਸਾਨ ਜਥੇਬੰਦੀਆਂ ਨੂੰ ਕਿ 5 ਮੈਂਬਰੀ ਕਮੇਟੀ ਬਣਾਓ, ਕੇਂਦਰ ਦੇ ਨਾਲ ਗੱਲਬਾਤ ਕਰੋ, ਮਸਲੇ ਨੂੰ ਹੱਲ ਕਰੋ। ਸ਼ਰਮਾ ਨੇ ਗੱਲਬਾਤ ਦੇ ਰਾਹੀਂ ਹੱਲ ਲੱਭਣ ਦੇ ਲਈ ਵੀ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਸੱਦਾ ਦਿੱਤਾ। ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਸੁਮੇਧ ਸੈਣੀ ਦੀ। ਸੁਮੇਧ ਸੈਣੀ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਤੋਂ। ਸੁਮੇਧ ਸੈਣੀ ਸਾਬਕਾ ਡੀਜੀਪੀ ਨੇ ਪੰਜਾਬ ਦੇ। ਸੁਮੇਧ ਸੈਣੀ 2015 ਦੇ ਵਿੱਚ ਜਦੋਂ ਬੇਅਦਬੀ ਦੇ ਮਾਮਲੇ ਵਾਪਰੇ ਪੰਜਾਬ 'ਚ, ਉਸ ਸਮੇਂ ਡੀਜੀਪੀ ਸੀ। ਤਾਂ ਰਾਹਤ ਕੀ ਮਿਲੀ ਹੈ ਤੁਹਾਡੀ ਟੀਵੀ ਸਕਰੀਨ ਤੇ ਤੁਹਾਨੂੰ ਦੱਸਦੇ ਹਾਂ। 2022 ਤੱਕ ਸੈਣੀ ਨੂੰ ਰਾਹਤ ਮਿਲੀ ਹੈ ਵੱਡੀ। ਚੋਣਾਂ ਤੱਕ ਜਦੋਂ ਪੰਜਾਬ 'ਚ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੇ ਉਸ ਵੇਲੇ ਤੱਕ ਸਾਬਕਾ ਡੀਜੀਪੀ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ। ਨਵੇਂ ਜਾਂ ਪੁਰਾਣੇ ਕੋਈ ਵੀ ਮਾਮਲਾ ਜੋ ਉਹਨਾਂ ਦੇ ਖਿਲਾਫ ਹੈ ਉਸ ਦੇ ਵਿੱਚ ਗ੍ਰਿਫਤਾਰੀ ਸੈਣੀ ਦੀ ਨਹੀਂ ਹੋਏਗੀ। ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਕਿ ਤੁਸੀਂ ਗ੍ਰਿਫਤਾਰੀ ਨਹੀਂ ਕਰ ਸਕਦੇ। ਤੇ ਨਾਲ ਹੀ ਇਹ ਵੀ ਕਿਹਾ ਕਿ ਕੋਈ ਜਾਂਚ ਵੀ ਫਰਵਰੀ 2022 ਤੱਕ ਨਹੀਂ ਹੋਏਗੀ। ਤੇ ਹਾਈ ਕੋਰਟ ਦੇ ਵੱਲੋਂ ਇਹ ਵੀ ਟਿੱਪਣੀ ਕੀਤੀ ਗਈ ਕਿ ਇੱਕ ਤੋਂ ਬਾਅਦ ਇੱਕ ਮੁਕੱਦਮਿਆਂ ਦੇ ਪਿੱਛੇ ਸਿਆਸਤ ਹੋ ਸਕਦੀ ਹੈ, ਇਸ ਕਰਕੇ ਅਸੀਂ ਇਹ ਫੈਸਲਾ ਸੁਣਾ ਰਹੇ ਹਾਂ। ਕੋਰਟ ਦੇ ਆਰਡਰ ਇਹ ਕਹਿੰਦੇ ਆ, considering it to be a case of exceptional circumstance and hardship being caused to the petitioner by the state of Punjab within bracket on political grounds, there will be clear stay for the rest of the petitioner in all cases। ਪੰਜਾਬੀ 'ਚ ਇਹਨਾਂ ਦੇ ਉੱਤੇ ਜਿੰਨੇ ਕੇਸ ਆ
ਉਹਨਾਂ ਸਾਰੇ ਕੇਸਾਂ 'ਚ ਇਹਨਾਂ ਦੀ ਸਟੇ ਆਫ ਅਰੈਸਟ ਰਹੂਗੀ ਔਰ ਲਾਈਕਲੀ ਟੂ ਬੀ ਰਜਿਸਟਰਡ, ਜਿਹੜੇ ਕਿ ਗਾਂ ਨੂੰ ਸੋਚ ਸਕਦੀ ਹੈ ਗਵਰਨਮੈਂਟ ਇਹਨੂੰ ਫਿਰ ਅੱਗੇ ਇੰਪਲੀਕੇਟ ਕਰਨ ਤੋਂ, ਲਾਈਕਲੀ ਟੂ ਬੀ ਅਰੈਸਟਡ ਔਰ ਰਜਿਸਟਰਡ ਔਰ ਵੇਅਰ ਹੀ ਸੌਟ ਟੂ ਬੀ ਇੰਪਲੀਕੇਟਡ ਵਿਦ ਦ ਏਡ ਆਫ, ਜਾਂ ਇਹਨਾਂ ਨੂੰ ਕਿਤੇ ਸਾਜ਼ਿਸ਼ ਦੇ ਤੌਰ ਤੇ 120 ਵਿੱਚ ਪਾਉਣ ਦੀ ਸਾਜ਼ਿਸ਼ ਕੋਈ ਗਵਰਨਮੈਂਟ ਦੀ ਕੋਈ ਹੋਊਗੀ ਤਜਵੀਜ਼, ਉਹ ਸਾਰਿਆਂ ਤੇ ਪਾਬੰਦੀ ਲਾਤੀ ਗਈ ਹੈ। ਇਹ ਬਲੈਂਕੇਟ ਆਰਡਰ ਆਫ ਪ੍ਰੋਟੈਕਸ਼ਨ ਦਿੱਤਾ ਗਿਆ ਵਿਚ ਇਜ਼ ਅ ਰੇਅਰੈਸਟ ਆਫ ਦ ਰੇਅਰ ਆਰਡਰ ਇਨ ਦ ਹਿਸਟਰੀ ਆਫ ਜੁਡੀਸ਼ਰੀ। ਹੁਣ ਅੱਗੇ ਵਧਦੇ ਹਾਂ ਤੇ ਹੁਣ ਖਬਰ ਹੈ ਸਰਕਾਰੀ ਮੁਲਾਜ਼ਮਾਂ ਦੇ ਲਈ, ਉਹਨਾਂ ਦੇ ਲਈ ਜਿਨ੍ਹਾਂ ਨੇ ਹੁਣ ਤੱਕ ਇੱਕ ਵੀ ਡੋਜ਼ ਵੈਕਸੀਨ ਦੀ ਨਹੀਂ ਲਗਵਾਈ ਹੈ ਤੇ ਇੱਕ ਵੀ ਡੋਜ਼ ਨਾ ਲੈਣ ਵਾਲਿਆਂ ਦੇ ਉੱਤੇ ਸਖਤੀ ਕਰ ਦਿੱਤੀ ਹੈ ਸਰਕਾਰ ਨੇ। ਜ਼ਬਰੀ ਛੁੱਟੀ ਦੇ ਉੱਤੇ ਅਜਿਹੇ ਮੁਲਾਜ਼ਮ ਭੇਜ ਦਿੱਤੇ ਜਾਣਗੇ 15 ਤਰੀਕ ਤੋਂ, ਯਾਨੀ 15 ਸਤੰਬਰ ਤੋਂ ਇਹ ਫੈਸਲਾ ਲਿਆ ਗਿਆ ਹੈ। ਜੇ 15 ਤਰੀਕ ਤੱਕ ਤੁਸੀਂ ਨਹੀਂ ਲਗਵਾਈ ਵੈਕਸੀਨ ਤਾਂ ਲਗਵਾ ਲਓ, ਜੇ ਪਹਿਲੀ ਡੋਜ਼ ਲੱਗੀ ਹੋਏਗੀ ਤਾਂ ਹੀ ਤੁਸੀਂ ਡਿਊਟੀ ਤੇ ਜਾ ਸਕੋਗੇ। ਸਰਕਾਰ ਨੇ ਕੋਵਿਡ ਰਿਵਿਊ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਏ ਨੇ ਉਹ ਤੁਹਾਨੂੰ ਦੱਸਦੇ ਹਾਂ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਕੋਵਿਡ ਡੋਜ਼ ਲੈਣੀ ਲਾਜ਼ਮੀ ਹੈ। ਜੋ ਇੱਕ ਵੀ ਡੋਜ਼ ਨਾ ਲਈ ਤਾਂ ਫਿਰ 15 ਸਤੰਬਰ ਤੋਂ ਬਾਅਦ ਜ਼ਬਰੀ ਛੁੱਟੀ ਤੇ ਭੇਜਿਆ ਜਾਵੇਗਾ। ਪਹਿਲੀ ਡੋਜ਼ ਲੈਣ ਤੱਕ ਜ਼ਬਰੀ ਛੁੱਟੀ ਤੇ ਫਿਰ ਇਹ ਮੁਲਾਜ਼ਮ ਰਹਿਣਗੇ। ਸਕੂਲਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਲਈ ਪਹਿਲੀ ਡੋਜ਼ ਜ਼ਰੂਰੀ ਹੈ। ਕੋਵਿਡ ਰਿਵਿਊ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਸੁਣਾਏ ਨੇ। ਤਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਕੋਵਿਡ ਨੂੰ ਲੈ ਕੇ ਹੁਕਮ ਨੇ ਉਹ 30 ਤਰੀਕ ਤੱਕ ਵਧਾਏ ਵੀ ਗਏ ਨੇ, 30 ਸਤੰਬਰ ਤੱਕ। ਇਸ ਦੇ ਨਾਲ ਡੀਜੀਪੀ ਨੂੰ ਵੀ ਹੁਕਮ ਦਿੱਤੇ ਗਏ ਨੇ ਤਾਂ ਕਿ ਕਰੋਨਾ ਦੀ ਥਰਡ ਵੇਵ ਅਸਰ ਨਾ ਦਿਖਾ ਸਕੇ ਕਿ ਸਖਤੀ ਕਰੋ, ਖਾਸ ਤੌਰ ਤੇ ਮਾਸਕ ਨੂੰ ਲੈ ਕੇ ਕਿ ਮਾਸਕ ਜਿਹੜੇ ਲੋਕ ਨਹੀਂ ਪਾ ਰਹੇ। ਪੰਜਾਬ ਦੇ ਵਿੱਚ ਇਸ ਸਮੇਂ ਗਰਾਊਂਡ ਰਿਐਲਿਟੀ ਤੁਹਾਨੂੰ ਦੱਸੀਏ, ਤੁਸੀਂ ਵੀ ਆਪਣੇ ਆਲੇ ਦੁਆਲੇ ਦੇਖ ਰਹੇ ਹੋਵੋਗੇ ਕਿ ਜਿਹੜੇ ਛੋਟੇ ਕਸਬੇ ਸ਼ਹਿਰ ਨੇ ਪਿੰਡ ਨੇ ਉੱਥੇ ਮਾਸਕ ਨਾਮ ਦੀ ਚੀਜ਼ ਖਤਮ ਹੀ ਹੋ ਚੁੱਕੀ ਹੈ। ਇਹ ਬਹੁਤ ਸਾਰੇ ਲੋਕ ਮੰਨਣਗੇ ਇਸ ਗੱਲ ਨੂੰ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਉੱਥੇ ਸਖਤੀ ਹੋਵੇ ਕਿਉਂਕਿ ਸਰਕਾਰ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ। ਉਸ ਦਾ ਅਸਰ ਕਿੰਨਾ ਕੁ ਨਜ਼ਰ ਆਉਂਦਾ ਕਿ ਬਾਕੀ ਚਲਾਨ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਚੰਡੀਗੜ੍ਹ ਚ ਆਓ ਤਾਂ ਚੰਡੀਗੜ੍ਹ ਦੇ ਵਿੱਚ ਮਾਸਕ ਨਾ ਪਾਉਣ ਦਾ ਚਲਾਨ ਕਰ ਦਿੱਤਾ ਜਾਂਦਾ, ਹੁਣ ਵੀ ਹੋ ਰਹੇ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਵਿਆਹ ਸਮਾਗਮਾਂ ਦੇ ਵਿੱਚ 300 ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਵੀ ਦਿੱਤੀ ਗਈ। ਸਰਕਾਰ ਨੇ ਇਹ ਵੀ ਕਿਹਾ ਕਿ ਕੋਈ ਵੀ ਸਮਾਗਮ ਹੈ ਉਸ ਦੇ ਵਿੱਚ 300 ਤੋਂ ਜ਼ਿਆਦਾ ਲੋਕ ਨਾ ਹੋਣ ਤੇ ਨਾਲ ਹੀ ਅਪੀਲ ਵੀ ਕੀਤੀ ਹੈ ਕਿ ਵੱਡੇ ਇਕੱਠ ਤੋਂ ਅਜੇ ਵੀ ਗੁਰੇਜ਼ ਕੀਤਾ ਜਾਵੇ। ਤਾਂ ਜ਼ਬਰੀ ਛੁੱਟੀ ਤੇ ਜਾਣਗੇ ਅਜਿਹੇ ਮੁਲਾਜ਼ਮ। ਜੇ ਤੁਸੀਂ ਸਰਕਾਰੀ ਨੌਕਰੀ ਇਸ ਸਮੇਂ ਕਰ ਰਹੇ ਹੋ, ਸਕੂਲ ਦੇ ਵਿੱਚੋਂ, ਸਕੂਲ 'ਚ ਟੀਚਿੰਗ ਜਾਂ ਨਾਨ ਟੀਚਿੰਗ ਸਟਾਫ ਹੋ ਜਾਂ ਫਿਰ ਕਿਸੇ ਹੋਰ ਅਦਾਰੇ ਦੇ ਵਿੱਚ ਜੋ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਹੈ, ਤਾਂ ਇਹ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਫਸਟ ਡੋਜ਼ ਨਹੀਂ ਲਗਵਾਈ, ਜੇ ਦੋਨੋਂ ਡੋਜ਼ ਲਗਵਾਈਆਂ ਤਾਂ ਬਹੁਤ ਵਧੀਆ। ਇੱਕ ਵੀ ਡੋਜ਼ ਜੇ ਨਹੀਂ ਲਗਵਾਈ ਤਾਂ ਫਿਰ 15 ਤਰੀਕ ਤੋਂ ਬਾਅਦ ਤੁਹਾਨੂੰ ਜ਼ਬਰੀ ਛੁੱਟੀ ਤੇ ਭੇਜ ਦਿੱਤਾ ਜਾਏਗਾ। ਖਬਰ ਹਰਿਆਣਾ ਤੋਂ ਲਵਾਂਗੇ। ਹਰਿਆਣਾ ਦੇ ਫਰਜ਼ੀ ਗ੍ਰੇਡੇਸ਼ਨ ਸਰਟੀਫਿਕੇਟ ਦਾ ਮਾਮਲਾ। ਜੀ ਹਾਂ, ਫਰਜ਼ੀ ਸਰਟੀਫਿਕੇਟ ਵਾਲੇ ਖਿਡਾਰੀ ਹੁਣ ਟਰਮੀਨੇਟ ਕੀਤੇ ਜਾਣਗੇ। ਹਰਿਆਣਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਜੋ ਜਾਣਕਾਰੀ ਹੈ ਕਿ ਗਰੁੱਪ ਡੀ ਦੇ ਵਿੱਚ ਖੇਡ ਕੋਟੇ ਦੇ ਵਿੱਚ ਬਹੁਤ ਸਾਰੇ ਲੋਕ ਭਰਤੀ ਹੋ ਗਏ ਤੇ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਫਰਜ਼ੀ ਸਰਟੀਫਿਕੇਟ ਬਣਾ ਕੇ ਖੇਡ ਕੋਟੇ ਦਾ ਇਸਤੇਮਾਲ ਕੀਤਾ ਗਿਆ ਤੇ ਨੌਕਰੀ ਹਾਸਲ ਕੀਤੀ ਗਈ। ਹੁਣ ਸਰਕਾਰ ਨੇ ਇਹ ਫੈਸਲਾ ਲਿਆ ਹੈ ਗ੍ਰੇਡੇਸ਼ਨ ਸਿਸਟਮ ਦੇ ਉੱਤੇ ਕਿ ਫਰਜ਼ੀ ਸਰਟੀਫਿਕੇਟ ਵਾਲੇ ਜਿਹੜੇ ਖਿਡਾਰੀ ਆਪਣੇ ਆਪ ਨੂੰ ਦੱਸਦੇ ਸੀ ਤੇ ਖਿਡਾਰੀ ਨਹੀਂ ਨੇ ਤੇ ਜਾਂ ਫਿਰ ਜਿਹੜੇ ਉਹਨਾਂ ਦੇ ਸਰਟੀਫਿਕੇਟ ਨੇ ਉਹ ਫਰਜ਼ੀ ਨੇ, ਤਾਂ ਉਹਨਾਂ ਨੂੰ ਨੌਕਰੀਆਂ ਬੇਸ਼ੱਕ ਮਿਲ ਗਈਆਂ, ਹੁਣ ਉਹਨਾਂ ਨੂੰ ਸਿੱਧਾ ਟਰਮੀਨੇਟ ਕਰ ਦਿੱਤਾ ਜਾਏਗਾ, ਯਾਨੀ ਨੌਕਰੀ ਤੋਂ ਲਾਂਭੇ ਕਰ ਦਿੱਤਾ ਜਾਏਗਾ। ਹਾਲਾਂਕਿ ਇਹ ਵੀ ਸਵਾਲ ਹੈ ਕਿ ਸਿਰਫ ਨੌਕਰੀ ਤੋਂ ਲਾਂਭੇ ਕੀਤਾ ਜਾਏਗਾ ਜਾਂ ਫਿਰ ਕੋਈ ਮੁਕੱਦਮਾ ਵੀ ਕਰ ਦਿੱਤਾ ਜਾਏਗਾ ਕਿ ਜੇ ਫਰਜ਼ੀ ਸਰਟੀਫਿਕੇਟ ਬਣਾਇਆ ਤਾਂ ਫਿਰ ਉਹ ਇਲੀਗਲ, ਗੈਰ ਕਾਨੂੰਨੀ ਹੈ, ਤਾਂ ਕਿ ਉਸ ਤਰੀਕੇ ਨਾਲ ਵੀ ਕਾਰਵਾਈ ਹੋਏਗੀ। ਗ੍ਰੇਡੇਸ਼ਨ ਸਰਟੀਫਿਕੇਟ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਫੈਸਲਾ ਲਿਆ। ਤਾਂ ਫਰਜ਼ੀ ਸਰਟੀਫਿਕੇਟ ਵਾਲੇ ਖਿਡਾਰੀ ਟਰਮੀਨੇਟ ਕੀਤੇ ਜਾਣਗੇ। ਹਰਿਆਣਾ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ। ਤਾਂ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜਾ ਖੇਡ ਕੋਟਾ ਹੁੰਦਾ ਹੈ, ਖੇਡ ਕੋਟੇ ਦੇ ਵਿੱਚ ਤੁਹਾਡੇ ਕੋਲ ਕੁਝ ਸਰਟੀਫਿਕੇਟ, ਤੁਸੀਂ ਕਿਸ ਲੈਵਲ ਦੇ ਉੱਤੇ ਖੇਡੇ ਹੋ, ਪੰਜਾਬ ਨੂੰ ਜਾਂ ਅਸੀਂ ਹਰਿਆਣਾ ਦਾ ਜ਼ਿਕਰ ਕਰੀਏ, ਹਰਿਆਣੇ ਨੂੰ ਜਾਂ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਹੈ, ਤਾਂ ਫਿਰ ਉਸ ਹਿਸਾਬ ਨਾਲ ਤੁਹਾਡੇ ਕੋਲ ਸਰਟੀਫਿਕੇਟ ਹੁੰਦੇ ਨੇ। ਉਸ ਹਿਸਾਬ ਨਾਲ ਨੌਕਰੀ ਦੇ ਵਿੱਚ ਰਾਖਵਾਂਕਰਨ ਖੇਡ ਕੋਟੇ ਦੇ ਜ਼ਰੀਏ ਮਿਲ ਜਾਂਦਾ ਹੈ। ਹਰਿਆਣਾ 'ਚ ਵੀ ਮਿਲਿਆ। ਗ੍ਰੇਡ 4 ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ, ਤੇ ਹੁਣ ਸਰਕਾਰ ਨੇ ਫੈਸਲਾ ਲਿਆ ਕਿ ਅਜਿਹੇ ਫਰਜ਼ੀ ਸਰਟੀਫਿਕੇਟ ਵਾਲਿਆਂ ਨੂੰ ਟਰਮੀਨੇਟ ਕਰ ਦਿੱਤਾ ਜਾਏਗਾ।
ਹੁਣ ਅੱਗੇ ਵਧਦੇ ਹਾਂ ਤੇ ਇਹ ਖਬਰ ਲਹਿਰਾ ਗਾਗਾ ਤੋਂ। ਜੀ ਹਾਂ, ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਹੋ ਰਹੀ ਹੈ ਤੇ ਲੱਗ ਵੀ ਰਿਹਾ ਕਿ ਜਲਦ 24ਵਾਂ ਜ਼ਿਲ੍ਹਾ ਹੋਣ ਦੇ ਵਿੱਚ ਪੰਜਾਬ ਚ ਆ ਸਕਦਾ ਹੈ। ਪਰ ਇਸ ਸਭ ਦੇ ਵਿਚਾਲੇ ਲਹਿਰਾ ਗਾਗਾ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਮੰਗ ਉੱਠੀ ਹੈ। ਸਾਬਕਾ ਸੂਬੇ ਦੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਲਹਿਰਾ ਗਾਗਾ ਨੂੰ ਜ਼ਿਲ੍ਹਾ ਬਣਾਇਆ ਜਾਵੇ। ਤਾਂ ਜ਼ਿਲ੍ਹੇ ਬਣਾਉਣ ਦੀ ਮੰਗ ਹੁਣ ਲਗਾਤਾਰ ਉੱਠਦੀ ਹੋਈ ਨਜ਼ਰ ਆ ਰਹੀ ਹੈ। 22 ਜ਼ਿਲ੍ਹੇ ਪੰਜਾਬ 'ਚ ਸੀ, 23ਵਾਂ ਮਲੇਰਕੋਟਲਾ ਬਣਾ ਦਿੱਤਾ ਗਿਆ ਤੇ ਹੁਣ ਬਟਾਲੇ ਦਾ ਵੀ ਜ਼ਿਕਰ ਹੋ ਰਿਹਾ ਹੈ ਤੇ ਬਟਾਲੇ ਨੂੰ ਲੈ ਕੇ ਵੀ ਤਕਰੀਬਨ ਇਹ ਲੱਗ ਰਿਹਾ ਕਿ ਸ਼ਾਇਦ ਫਾਈਨਲ ਹੀ ਹੈ, ਜਲਦ ਜ਼ਿਲ੍ਹੇ ਦੇ ਤੌਰ ਦੇ ਉੱਤੇ ਅਨਾਉਂਸ ਕਰ ਦਿੱਤਾ ਜਾਏਗਾ। ਤੇ ਹੁਣ ਲਹਿਰਾ ਗਾਗਾ ਨੂੰ ਵੀ ਰਜਿੰਦਰ ਕੌਰ ਭੱਠਲ ਲਹਿਰਾ ਗਾਗਾ ਤੋਂ ਹੀ ਆਉਂਦੇ ਨੇ ਤੇ ਲਹਿਰਾ ਗਾਗਾ ਤੋਂ ਹੀ ਉਹ ਵਿਧਾਇਕ ਚੁਣੇ ਗਏ ਤੇ ਹੁਣ ਉੱਥੋਂ ਹਾਲਾਂਕਿ ਪਿਛਲੀ ਵਾਰ ਜਿੱਤ ਹਾਸਲ ਨਹੀਂ ਕਰ ਸਕੇ ਸੀ ਤੇ ਹੁਣ ਉਹ ਲਹਿਰਾ ਗਾਗਾ ਨੂੰ ਚਾਹੁੰਦੇ ਨੇ ਕਿ ਬਣਾ ਦਿੱਤਾ ਜਾਵੇ ਜ਼ਿਲ੍ਹਾ। ਖਬਰ ਲਵਾਂਗੇ ਸੋਨੀਪਤ ਤੋਂ। ਸੋਨੀਪਤ ਦੇ ਸਿਹਤ ਕੇਂਦਰ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਐਮਰਜੈਂਸੀ ਵਾਰਡ ਦੇ ਵਿੱਚ ਦੋ ਧਿਰਾਂ ਆਪਸ ਦੇ ਵਿੱਚ ਭਿੜ ਗਈਆਂ। ਵਾਰਡ ਦਾ ਸਮਾਨ ਚੁੱਕ ਕੇ ਇੱਕ ਦੂਜੇ ਦੇ ਉੱਤੇ ਸੁੱਟਿਆ ਗਿਆ। ਜੰਗ ਦਾ ਅਖਾੜਾ ਬਣਾ ਦਿੱਤਾ ਗਿਆ ਹਸਪੀਟਲ। ਜਾਂ ਝਗੜੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ। ਸੋਨੀਪਤ ਦੇ ਗਨੌਰ ਦਾ ਇਹ ਪੂਰਾ ਮਾਮਲਾ ਹੈ। ਸੋਨੀਪਤ ਜ਼ਿਲ੍ਹੇ ਦੇ ਵਿੱਚ ਕਸਬਾ ਵੱਡਾ ਗਨੌਰ, ਉੱਥੇ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਐਮਰਜੈਂਸੀ ਵਾਰਡ ਦੇ ਵਿੱਚ ਦੋ ਧਿਰਾਂ ਆਪਸ ਦੇ ਵਿੱਚ ਭਿੜ ਗਈਆਂ। ਦੋ ਧਿਰਾਂ ਆਪਸ ਦੇ ਵਿੱਚ ਭਿੜੀਆਂ ਤੇ ਜਿਹੜਾ ਹਸਪਤਾਲ ਦਾ ਸਮਾਨ ਸੀ ਉਹੀ ਚੁੱਕ ਕੇ ਇੱਕ ਦੂਜੇ ਦੇ ਉੱਤੇ ਸੁੱਟਿਆ ਗਿਆ। ਤਾਂ ਹੁਣ ਇੱਕ ਮਾਮਲਾ ਤੇ ਇਹਨਾਂ ਦੇ ਉੱਤੇ ਹਸਪਤਾਲ ਦੇ ਅੰਦਰ ਝੜਪ ਦਾ ਵੀ ਬਣੇਗਾ। ਲਾਜ਼ਮੀ ਤੌਰ ਤੇ ਪੁਲਿਸ ਕਾਰਵਾਈ ਕਰੇਗੀ ਤੇ ਹਸਪਤਾਲ ਦੇ ਸਮਾਨ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਮਾਮਲਾ ਹੋਏਗਾ। ਤੇ ਦੂਜੇ ਪਾਸੇ ਅਜਿਹੇ ਲੋਕਾਂ ਨੂੰ ਸਵਾਲ ਵੀ ਹੈ ਕਿ ਤੁਹਾਡੀ ਕਿਸੇ ਦੇ ਨਾਲ ਦੁਸ਼ਮਣੀ ਹੋ ਸਕਦੀ ਹੈ ਜਾਂ ਤੁਹਾਡੇ ਕੋਈ ਆਪਸੀ ਵਿਵਾਦ ਹੋ ਸਕਦੇ ਨੇ। ਐਮਰਜੈਂਸੀ ਦਾ ਸਮਾਨ ਚੱਕ ਕੇ ਤੁਸੀਂ ਸੁੱਟ ਰਹੇ ਹੋ। ਕਈ ਲੋਕਾਂ ਦੀ, ਕਈ ਮਰੀਜ਼ਾਂ ਦੀ ਜ਼ਿੰਦਗੀ ਦਾਅ ਦੇ ਉੱਤੇ ਲੱਗ ਸਕਦੀ ਹੈ, ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਖੈਰ, ਹੁਣ ਪੁਲਿਸ ਕਿੰਨਾ ਸਖਤੀ ਨਾਲ ਐਕਸ਼ਨ ਲੈਂਦੀ ਹੈ ਇਹਨਾਂ ਦੇ ਖਿਲਾਫ, ਕਿੰਨੀ ਜਲਦੀ ਐਕਸ਼ਨ ਲੈਂਦੀ ਹੈ ਹਰਿਆਣਾ ਪੁਲਿਸ ਇਹਨਾਂ ਦੇ ਖਿਲਾਫ, ਉਸ ਦੇ ਉੱਤੇ ਲਾਜ਼ਮੀ ਤੌਰ ਤੇ ਨਜ਼ਰ ਰਹੇਗੀ। 11 बजे सूचना आई थी कि दो युवक सरकारी CHC में लड़ाई झगड़ा कर रहे हैं और तोड़फोड़ कर रहे हैं, जिस पर पुलिस टीम को मौका पर भेजा गया, जिस पर SMO ने शिकायत दर्ज करवाई कि कुलदीप आरो गसोली व रविंद्र खेड़ी दंगा दो युवक आए थे जो पहले झगड़ा करके यहाँ इलाज करवाने के लिए आए थे। तो दोनों ने अस्पताल में भी लड़ाई झगड़ा किया व अस्पताल के सामान के साथ तोड़फोड़ की, जिस पर SMO की शिकायत पर मुकदमा दर्ज कर लिया गया। ਹੁਣ ਅੱਗੇ ਵਧਦੇ ਹਾਂ ਤੇ ਖਬਰ ਅੰਮ੍ਰਿਤਸਰ ਤੋਂ ਲਵਾਂਗੇ ਜਿੱਥੇ 29 ਨੌਜਵਾਨ ਫਰਜ਼ੀ ਏਜੰਟ ਦੇ ਸ਼ਿਕਾਰ ਹੋਏ ਨੇ। 1,60,000 ਰੁਪਏ ਦੇ ਬਦਲੇ ਦੁਬਈ ਜਾਣ ਦੀ ਗੱਲ ਹੋਈ ਸੀ, ਪੈਸੇ ਦਿੱਤੇ ਗਏ। ਨੌਜਵਾਨ ਫਲਾਈਟ ਦੇ ਹਿਸਾਬ ਦੇ ਨਾਲ ਅੰਮ੍ਰਿਤਸਰ 에ਅਰਪੋਰਟ ਤੇ ਵੀ ਪਹੁੰਚ ਗਏ ਪਰ ਟਿਕਟ ਤੇ ਵੀਜ਼ਾ ਫਰਜ਼ੀ ਨਿਕਲੇ, ਜਿਸ ਤੋਂ ਬਾਅਦ ਨੌਜਵਾਨਾਂ ਨੂੰ ਵਾਪਸ ਘਰ ਪਰਤਣਾ ਪਿਆ। ਦੁਬਈ ਜਾਣ ਦੀ ਚਾਹ ਸੀ, ਉੱਥੇ ਰੋਜ਼ਗਾਰ ਦੀ ਭਾਲ ਦੇ ਵਿੱਚ ਲਾਜ਼ਮੀ ਤੌਰ ਤੇ 1,60,000 ਰੁਪਏ ਦਿੱਤੇ ਗਏ ਇੱਕ ਨੌਜਵਾਨ ਦੇ ਵੱਲੋਂ ਤੇ ਹੁਣ 29 ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਉੱਥੇ ਪਹੁੰਚ ਗਏ ਸੀ ਪਰ ਦੂਜੇ ਪਾਸੇ ਜਿਹੜਾ ਵੀਜ਼ਾ ਤੇ ਜਿਹੜੀ ਟਿਕਟ ਸੀ ਉਹ ਦੋਵੇਂ ਫਰਜ਼ੀ ਨਿਕਲੇ। ਤਾਂ ਕਰੀਬ ਤੁਸੀਂ ਕਹਿ ਸਕਦੇ ਹੋ ਕਿ 50 ਲੱਖ ਰੁਪਏ ਦੀ ਠੱਗੀ ਦਾ ਇਹ ਪੂਰਾ ਮਾਮਲਾ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਅੰਮ੍ਰਿਤਸਰ ਤੋਂ ਹੀ ਹੈ। ਅੰਮ੍ਰਿਤਸਰ ਦੇ ਅਟਵਾਲ ਦੇ ਵਿੱਚ ਅਸਮਾਨੀ ਬਿਜਲੀ ਡਿੱਗੀ ਹੈ। ਖੇਤਾਂ ਦੇ ਵਿੱਚ ਜੋ ਮੋਟਰ ਵਾਲਾ ਕਮਰਾ ਬਣਿਆ ਹੁੰਦਾ ਹੈ ਉੱਥੇ ਭਿਆਨਕ ਅੱਗ ਲੱਗ ਗਈ। ਉੱਥੇ ਭਾਂਬੜ ਅੱਗ ਦੇ ਉੱਡਦੇ ਹੋਏ ਨਜ਼ਰ ਆਏ ਨੇ। ਕਮਰੇ ਦੇ ਵਿੱਚ ਸਬਜ਼ੀਆਂ ਦੇ ਕ੍ਰੇਟ ਪਏ ਹੋਏ ਸਨ। ਬਿਜਲੀ ਡਿੱਗੀ ਤੇ ਉਸ ਤੋਂ ਬਾਅਦ ਇਹ ਜ਼ਬਰਦਸਤ ਉੱਥੇ ਅੱਗ ਲੱਗ ਗਈ। ਅਗਲੀ ਖਬਰ ਵੀ ਅੰਮ੍ਰਿਤਸਰ ਤੋਂ ਹੀ ਹੈ। ਬਿਜਲੀ ਡਿੱਗੀ ਹੈ ਉੱਥੇ ਤੇ ਅੰਮ੍ਰਿਤਸਰ ਦੇ ਵਿੱਚ ਜ਼ਬਰਦਸਤ ਬਰਸਾਤ ਵੀ ਹੋਈ ਹੈ ਦਿਨ ਦੇ ਸਮੇਂ ਤੇ 5 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੀ ਜ਼ਬਰਦਸਤ ਬਰਸਾਤ ਸੀ ਤੇ ਉਸ ਬਰਸਾਤ ਤੋਂ ਬਾਅਦ ਪ੍ਰਸ਼ਾਸਨ ਦੇ ਦਾਅਵੇ ਕਿਵੇਂ ਪਾਣੀ ਦੇ ਵਿੱਚ ਹੜ ਗਏ। ਇਹ 5 ਤਸਵੀਰਾਂ ਨੇ ਤੁਹਾਡੇ ਸਾਹਮਣੇ ਹੈਰੀਟੇਜ ਸਟਰੀਟ ਦੀ, ਵੇਰਕਾ ਬਾਈਪਾਸ ਦੀ, ਪੁਤਲੀ ਘਰ ਦੀ, ਲਾਹੌਰੀ ਗੇਟ ਦੀ ਤੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪਾਣੀ ਨਜ਼ਰ ਆਇਆ। ਉੱਥੇ ਸੰਗਤ ਪਾਣੀ ਦੇ ਵਿੱਚ ਗੁਰੂ ਘਰ ਨਤਮਸਤਕ ਹੋ ਰਹੀ ਸੀ ਤਾਂ ਬਾਕੀ ਸ਼ਹਿਰ ਦੇ ਹਾਲ ਦੇਖ ਲਓ। ਸੜਕਾਂ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਤੇ ਉੱਥੇ ਲੋਕਾਂ ਨੂੰ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ। ਤੇ ਫਿਲਹਾਲ ਬਿਲਾਓ ਚਲੇ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ।